ਇਹ ਸਾਰੇ ਜਗਤ ਦਾ ਮੂਲ ਕਾਰਨ ਭਾਵ ਸੰਸਾਰ ਨੂੰ ਸਿਰਜਣ ਵਾਲਾ, ਬਣਾਉਣ ਵਾਲਾ, ਜੀਵਾਂ ਨੂੰ ਪੈਦਾ ਕਰਨ ਵਾਲਾ ਇੱਕੋ ਅਕਾਲ ਪੁਰਖ ਵਾਹਿਗੁਰੂ ਹੈ। ਦੂਸਰ ਨਾ ਹੀ ਕੋਈ ਉਹਦੇ ਵਰਗਾ ਹੋਰ ਕੋਈ ਦੂਜਾ ਨਹੀਂ। ਇਹ ਸਾਰੀ ਸ੍ਰਿਸ਼ਟੀ ਨੂੰ ਜਿਹਨੇ ਸਾਜਿਆ ਹੈ, ਸਵਾਰਿਆ ਹੈ, ਜੋ ਸਾਰੇ ਜੀਵਾਂ ਨੂੰ ਜਿੱਥੇ ਜੀਵਨ ਦੇਣ ਵਾਲਾ ਹੈ, ਉਹਨਾਂ ਨੂੰ ਆਹਾਰ ਵੀ ਦਿੰਦਾ ਹੈ, ਸਵਾਸ ਸਵਾਸ ਉਹਨਾਂ ਦੀ ਪ੍ਰਤਪਾਲਨਾ ਕਰਦਾ ਹੈ, ਉਹ ਅਕਾਲ ਪੁਰਖ ਵਾਹਿਗੁਰੂ ਇੱਕੋ ਹੀ ਹੈ, ਕੋਈ ਦੂਜਾ ਨਹੀਂ। ਤਾਈਓ ਤੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿੱਥੋਂ ਬਾਣੀ ਪ੍ਰਾਰੰਭ ਕੀਤੀ ਹੈ, ਬਚਨ ਕੀਤਾ ਹੈ, ਇੱਕ ਓੰਕਾਰ, ਉਹ ਵਾਹਿਗੁਰੂ ਇੱਕ ਹੈ, ਦੋ ਨਹੀਂ, ਇੱਕ ਹੈ। ਸਤਿਨਾਮ, ਉਹਦਾ ਨਾਮ ਸਤ ਹੈ, ਸਦਾ ਕਾਇਮ ਰਹਿਣ ਵਾਲਾ ਹੈ। ਕਰਤਾ ਪੁਰਖ, ਤੇ ਉਹ ਕਰਤਾ ਪੁਰਖ ਹੈ ਕਹਿਣ ਤੋਂ ਭਾਵ ਉਹ ਜੀਵਾਂ ਨੂੰ ਸਾਜਣ ਵਾਲਾ ਹੈ, ਬਣਾਉਣ ਵਾਲਾ ਹੈ। ਨਾਨਕ ਤਿਸ ਬਲਿਹਾਰਨੈ ਜਲ ਥਲ ਮਹੀਲ ਸੋਈ। ਹੇ ਨਾਨਕ, ਮੈਂ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਸਦਕੇ ਹਾਂ ਜੋ ਜਲ ਵਿੱਚ, ਥਲ ਵਿੱਚ ਤੇ ਧਰਤੀ ਦੇ ਤਲ ਉੱਤੇ ਭਾਵ ਆਕਾਸ਼ ਵਿੱਚ ਮੌਜੂਦ ਹੈ, ਜੋ ਹਰ ਥਾਂ ਜਿਹਦੀ ਮੌਜੂਦਗੀ ਹੈ, ਜੋ ਕਣ ਕਣ ਜਰਰੇ ਜਰਰੇ ਵਿੱਚ ਵਸਦਾ ਹੈ, ਜਿਹਦਾ ਹਰੇਕ ਹਿਰਦੇ ਵਿੱਚ ਵਾਸਾ ਹੈ, ਮੈਂ ਉਹਦੇ ਤੋਂ ਕੁਰਬਾਨ ਸਦਕੇ ਜਾਨਾ ਹਾਂ। ਅਸ਼ਟਪਦੀ। ਕਰਨ ਕਰਾਵਣ ਕਰਨੈ ਜੋਗ, ਜੋ ਤਿਸ ਭਾਵੈ ਸੋਈ ਹੋ। ਜੋਗ ਤੋਂ ਭਾਵ ਸਮਰੱਥ, ਤਾਕਤ ਵਾਲਾ। ਪ੍ਰਭੂ ਸਭ ਕੁਝ ਕਰਨ ਦੀ ਸਮਰੱਥਾ ਰੱਖਦਾ ਹੈ ਤੇ ਜੀਵਾਂ ਤੋਂ ਕਰਾਉਣ ਦੀ ਵੀ ਉਹਦੇ ਕੋਲ ਸਮਰੱਥਾ ਹੈ। ਜੋ ਚਾਹੇ ਉਹ ਆਪ ਕਰਦਾ ਹੈ ਤੇ ਜੋ ਉਹਨੂੰ ਭਾਉਂਦਾ ਜੀਵਾਂ ਪਾਸੋਂ ਵੀ ਕਰਵਾਉਂਦਾ। ਉਹਦੇ ਕੋਲ ਤਾਕਤ ਹੈ, ਸਮਰੱਥਾ ਦਾ ਮਾਲਕ ਹੈ। ਜੋ ਤਿਸ ਭਾਵੈ ਸੋਈ ਹੋ। ਹੁਣ ਜੋ ਉਹਨੂੰ ਚੰਗਾ ਲੱਗਦਾ ਹੈ ਉਹੀ ਕੁਝ ਸੰਸਾਰ ਤੇ ਹੁੰਦਾ ਹੈ, ਉਹੀ ਜੀਵਾਂ ਪਾਸੋਂ ਕਰਵਾਉਂਦਾ ਜੋ ਉਹਨੂੰ ਭਾਉਂਦਾ ਹੈ, ਚੰਗਾ ਲੱਗਦਾ ਹੈ, ਕਿਉਂਕਿ ਬੇਮੁਹਤਾਜ ਹੈ, ਉਹਨੂੰ ਕਿਸੇ ਦੀ ਮੁਹਤਾਜੀ ਨਹੀਂ, ਕਿਸੇ ਦੀ ਗੁਲਾਮੀ ਨਹੀਂ। ਤੇ ਤਾਕਤਵਰ ਕਿੰਨਾ ਹੈ ਉਹ ਵੀ ਅੱਗੇ ਦੱਸ ਦਿੱਤਾ ਹੈ। ਖਿਨ ਮੈਂ ਥਾਪ ਉਤਾਪਣ ਹਾਰਾ। ਥਾਪ ਤੋਂ ਭਾਵ ਹੈ ਪੈਦਾ ਕਰਨਾ, ਉਤਾਪਣ ਹਾਰਾ ਤੋਂ ਭਾਵ ਹੈ ਨਾਸ ਕਰਨ ਵਾਲਾ। ਇੰਨਾ ਵੱਡਾ ਆਪਾਂ ਸੰਸਾਰ ਵੇਖਦੇ ਹਾਂ, ਅਣਗਿਣਤ ਭਾਂਤ ਭਾਂਤ ਦੇ ਵੱਖ ਵੱਖ ਰੰਗ ਰੂਪ ਸ਼ਕਲਾਂ ਵਾਲੇ ਜੀਵ ਨੇ। ਹੁਣ ਐਡੇ ਵੱਡੇ ਸੰਸਾਰ ਨੂੰ ਸਾਜਣ ਵਿੱਚ ਪ੍ਰਮਾਤਮਾ ਨੂੰ ਕੋਈ ਮਹੀਨਾ ਜਾਂ ਸਾਲਾਂ ਵਧੀ ਸਮਾਂ ਨਹੀਂ ਲੱਗਾ। ਗੁਰੂ ਸਾਹਿਬ ਆਖਦੇ ਨੇ ਇੱਕ ਖਿਨ ਵਿੱਚ, ਅੱਖ ਦੇ ਫੋਰ ਵਿੱਚ ਉਹਨੇ ਜਗਤ ਨੂੰ ਪੈਦਾ ਕਰ ਦਿੱਤਾ ਸੀ। ਜਿੰਨੇ ਚਿਰ ਵਿੱਚ ਇੱਕ ਵਾਰ ਸਾਡੀ ਅੱਖ ਝਮਕਦੀ ਹੈ, ਇੰਨੇ ਚਿਰ ਵਿੱਚ ਉਹਨੇ ਪੈਦਾ ਕਰ ਦਿੱਤਾ ਸੀ। ਜਦੋਂ ਉਹਦੀ ਰਜ਼ਾ ਹੋਈ, ਉਹਦੀ ਮਰਜ਼ੀ, ਉਹਨੇ ਇਹਨੂੰ ਫਿਰ ਨਾਸ ਵੀ ਕਰ ਦੇਣਾ ਸ੍ਰਿਸ਼ਟੀ ਨੂੰ। ਅਨੇਕਾਂ ਵਾਰ ਉਹਨੇ ਸ੍ਰਿਸ਼ਟੀ ਨੂੰ ਸਾਜਿਆ ਤੇ ਅਨੇਕਾਂ ਵਾਰ ਸ੍ਰਿਸ਼ਟੀ ਨੂੰ ਉਹਨੇ ਪੈਦਾ ਕੀਤਾ ਹੈ। ਸਮਾਂ ਕਿੰਨਾ ਕੁ ਲਾਉਂਦਾ ਬਣਾਉਣ ਤੇ ਢਾਉਣ ਵਿੱਚ, ਜਿੰਨੇ ਚਿਰ ਵਿੱਚ ਸਾਡੀ ਇੱਕ ਵਾਰੀ ਅੱਖ ਝਪਕਦੀ ਹੈ। ਇੰਨੀ ਤਾਕਤ ਦਾ ਮਾਲਕ ਹੈ ਉਹ। ਅੰਤ ਨਹੀਂ ਕਿਛ ਪਾਰਾਵਾਰ। ਪਾਰਾਵਾਰ ਤੋਂ ਭਾਵ ਹੈ ਪਾਰਲਾ ਤੇ ਉਰਲਾ ਬੰਨਾ, ਹਰੇਕ ਚੀਜ਼ ਦਾ ਹੱਦ ਬੰਨਾ ਹੈ। ਸਮੁੰਦਰ ਨੂੰ ਆਪਾਂ ਵਿਸ਼ਾਲ ਮੰਨਦੇ ਆ, ਪਰ ਆਪਾਂ ਵੇਖਦੇ ਇੱਕ ਬੰਨੋਂ ਜਹਾਜ਼ ਚੱਲਦਾ ਤੇ ਦੂਜੇ ਕੰਢੇ ਤੇ ਪਹੁੰਚਦਾ ਹੈ, ਵੀ ਉਹਦਾ ਦੂਜਾ ਬੰਨਾ ਹੈ। ਹਰੇਕ ਚੀਜ਼ ਦਾ ਹੱਦ ਬੰਨਾ ਹੈ, ਪਰ ਉਹ ਪਰਮਾਤਮਾ ਇੰਨਾ ਬੇਅੰਤ ਹੈ, ਉਹਦੀ ਤਾਕਤ ਦਾ ਕੋਈ ਹੱਦ ਬੰਨਾ ਹੈ ਹੀ ਨਹੀਂ। ਅੰਤ ਨਹੀਂ ਕਿਛ ਪਾਰਾਵਾਰ। ਹੁਕਮੇ ਧਾਰ ਅਧਰ ਰਹਾਵੈ। ਧਾਰ ਤੋਂ ਭਾਵ ਹੈ ਟਿਕਾ ਕੇ, ਅਧਰ ਤੋਂ ਭਾਵ ਹੈ ਬਿਨਾਂ ਆਸਰੇ। ਸ੍ਰਿਸ਼ਟੀ ਨੂੰ ਵਾਹਿਗੁਰੂ ਜੀ ਨੇ ਆਪਣੇ ਹੁਕਮ ਵਿੱਚ ਪੈਦਾ ਕੀਤਾ ਹੈ ਤੇ ਪੈਦਾ ਕਰਕੇ ਬਿਨਾਂ ਆਸਰੇ ਤੋਂ ਇਹਨੂੰ ਟਿਕਾ ਰੱਖਿਆ। ਉਹ ਕਿਵੇਂ? ਹੁਣ ਆਪਾਂ ਸੂਰਜ ਵੇਖਦੇ ਹਾਂ, ਸੂਰਜ ਅਸਮਾਨ ਵਿੱਚ ਖੜਾ, ਉਹਨੂੰ ਕੋਈ ਥੱਲੇ ਪਿੱਲਰ ਥੋੜਾ ਲਾਇਆ ਪ੍ਰਮਾਤਮਾ ਨੇ ਜਾਂ ਕੋਈ ਥੰਮੀ ਲਾਈ ਹੈ, ਬਿਨਾਂ ਆਸਰੇ ਤੇ ਖੜਾ ਹੈ। ਚੰਦ ਵੇਖਦੇ ਆ, ਹੋਰ ਅਣਗਿਣਤ ਗ੍ਰਹਿ ਨਛੱਤਰ ਨੇ, ਤਾਰੇ ਨੇ, ਦੇਖੋ ਬਿਨਾਂ ਆਸਰੇ ਉਹ ਖੜੇ ਨੇ, ਕਿਉਂਕਿ ਉਹਦੇ ਹੁਕਮ ਵਿੱਚ।
ਆਪਣੇ ਹੁਕਮ ਵਿੱਚ ਸ੍ਰਿਸ਼ਟੀ ਨੂੰ ਸਾਜਿਆ ਤੇ ਬਿਨਾਂ ਆਸੇ ਤੋਂ ਸ੍ਰਿਸ਼ਟੀ ਨੂੰ ਟਿਕਾਇਆ ਹੋਇਆ ਹੈ। ਉਹਦੇ ਹੁਕਮ ਵਿੱਚ ਸਾਰਾ ਕੁਝ ਚੱਲ ਰਿਹਾ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਹੁਕਮੈ ਉਪਜੈ ਹੁਕਮ ਸਮਾਵੈ, ਜਗਤ ਉਸ ਦੇ ਹੁਕਮ ਵਿੱਚ ਪੈਦਾ ਹੁੰਦਾ ਹੈ। ਜਿੰਨੇ ਵੀ ਜੀਵ ਸੰਸਾਰ ਤੇ ਆਉਂਦੇ ਨੇ ਉਹਦੇ ਭੇਜੇ ਹੋਏ ਘੱਲੇ ਹੋਏ ਜੀਵ ਸੰਸਾਰ ਤੇ ਆਉਂਦੇ ਨੇ। ਜਦੋਂ ਬੁਲਾਉਂਦਾ ਹੈ ਤੇ ਜੀਵ ਜਾਂਦੇ ਨੇ, ਮੁੜ ਕੇ ਉਹਦੇ ਵਿੱਚ ਫਿਰ ਸਮਾ ਜਾਂਦੇ ਹਨ। ਤੇ ਉਹਦੇ ਹੁਕਮ ਵਿੱਚ ਭੇਜੇ ਹੋਏ ਜੀਵ ਸੰਸਾਰ ਤੇ ਆਉਂਦੇ ਨੇ, ਉਹਦੇ ਹੁਕਮ ਵਿੱਚ ਮੁੜ ਦੁਬਾਰਾ ਉਹਦੇ ਵਿੱਚ ਲੀਨ ਹੋ ਜਾਂਦੇ ਨੇ। ਹੁਕਮੈ ਊਚ ਨੀਚ ਵਿਵਹਾਰ, ਹੁਕਮੈ ਅਨਕ ਰੰਗ ਪ੍ਰਕਾਰ। ਭਾਵ ਉੱਚੇ ਤੇ ਨੀਵੇਂ ਬੰਦਿਆਂ ਦੀ ਵਰਤੋਂ ਵੀ ਉਸਦੇ ਹੁਕਮ ਅਨੁਸਾਰ ਹੀ ਹੈ। ਭਾਵ ਜੇ ਚੰਗੇ ਕਰਮ ਮਨੁੱਖ ਸੰਸਾਰ ਤੇ ਰਹਿ ਕੇ ਕਰਦਾ ਹੈ ਤੇ ਉੱਚੇ ਬੰਦਿਆਂ ਵਿੱਚ ਭਾਵ ਦੀ ਗਿਣਤੀ ਹੈ। ਜੇ ਮਾੜੇ ਕਰਮ ਕਰਦਾ, ਜਿਹਦਾ ਕਾਰ ਵਿਹਾਰ ਹੀ ਨੀਵਾਂ ਹੈ, ਮਾੜੇ ਕਰਮ ਕਰਦਾ, ਜੋ ਮਾੜੀ ਸੋਚ ਰੱਖਦਾ ਹੈ, ਉਹਦੀ ਗਿਣਤੀ ਫਿਰ ਨੀਵੇਂ ਬੰਦਿਆਂ ਚ। ਭਾਵ ਜਿਹਦੇ ਕੰਮ ਚੰਗੇ ਨੇ ਉਹਨੂੰ ਉੱਚਿਆਂ ਵਿੱਚ ਸੰਸਾਰ ਗਿਣਦਾ, ਉਹਨੂੰ ਮਾਣ ਸਨਮਾਨ ਦੇ ਕੇ ਨਵਾਜਦਾ। ਜਿਹਦੇ ਕੰਮ ਹੀ ਮਾੜੇ ਨੇ, ਜੋ ਸੰਸਾਰ ਤੇ ਰਹਿ ਕੇ ਕੰਮ ਹੀ ਮਾੜੇ ਕਰਦਾ ਹੈ, ਉਹਨੂੰ ਲੋਕ ਨੀਚ ਹੀ ਆਖਦੇ ਨੇ। ਜਿਹਦੇ ਕੰਮ ਚੰਗੇ ਨੇ, ਆਪਣੇ ਕਰਮਾਂ ਕਰਕੇ ਮਨੁੱਖ ਉੱਚਾ ਤੇ ਨੀਵਾਂ ਅਖਵਾਉਂਦਾ ਹੈ। ਚੰਗੇ ਕਰਮ ਕਰੇਗਾ ਤੇ ਉੱਚਿਆਂ ਵਿੱਚ ਗਿਣਤੀ ਹੈ, ਮਾੜੇ ਕਰਮ ਕਰੇਗਾ ਤੇ ਨੀਚ। ਆਮ ਹੀ ਆਪਾਂ ਆਖਦੇ ਆ ਬੰਦਾ ਥੋੜਾ ਬੜਾ ਨੀਚ ਹੈ। ਵੀ ਸਾਡੇ ਕੀਤੇ ਹੋਏ ਕਰਮ ਮਾਇਨੇ ਰੱਖਦੇ ਨੇ। ਅਸੀਂ ਕਰਮ ਕੈਸੇ ਕਰ ਰਹੇ ਹਾਂ। ਕੋਈ ਜਾਤ ਬਰਾਦਰੀ ਕਰਕੇ ਉੱਚਾ ਨੀਵਾਂ ਨਹੀਂ। ਗੁਰਮਤ ਨੇ ਜਾਤ ਬਰਾਦਰੀ ਨੂੰ ਨਹੀਂ ਮੰਨਿਆ। ਭਾਵੇਂ ਹਿੰਦੁਸਤਾਨ ਵਿੱਚ ਇਹਦਾ ਬਹੁਤ ਜ਼ਿਆਦਾ ਬੋਲਬਾਲਾ ਰਿਹਾ ਸਦੀਆਂ ਤੱਕ, ਵੀ ਜਾਤਾਂ ਬਰਾਦਰੀਆਂ ਵਿੱਚ ਜੀਵਾਂ ਨੂੰ ਵੰਡ ਦਿੱਤਾ ਗਿਆ ਸੀ। ਗੁਰੂ ਸਾਹਿਬ ਨੇ ਇਹਨਾਂ ਦਾ ਖੰਡਨ ਕੀਤਾ, ਕਹਿ ਦਿੱਤਾ ਵੀ ਆਪਣੇ ਕਰਮਾਂ ਕਰਕੇ ਮਨੁੱਖ ਉੱਚਾ, ਆਪਣੇ ਕਰਮਾਂ ਕਰਕੇ ਮਨੁੱਖ ਨੀਵਾਂ ਬਣਦਾ ਜਦੋਂ ਮਾੜੇ ਕਰਮ ਕਰਦਾ ਹੈ। ਪਰਮਾਤਮਾ ਨੇ ਕੇਵਲ ਜੀਵ ਨੂੰ ਭੇਜਿਆ, ਉਹਨੇ ਜਾਤ ਬਰਾਦਰੀ ਨਾਲ ਲਾ ਕੇ ਨਹੀਂ ਭੇਜਿਆ ਵੀ ਤੂੰ ਉੱਚੀ ਜਾਤੀ ਵਿੱਚ ਪੈਦਾ ਹੋ। ਜਾਤੀਆਂ ਮਨੁੱਖ ਨੇ ਆਪ ਬਣਾਈਆਂ ਨੇ, ਆਪ ਵੰਡੀਆਂ ਪਾਈਆਂ ਨੇ। ਪਰਮਾਤਮਾ ਵਾਹਿਗੁਰੂ ਦੀ ਨਜ਼ਰ ਵਿੱਚ ਸਾਡੇ ਕੀਤੇ ਹੋਏ ਕਰਮ ਮਾਇਨੇ ਰੱਖਦੇ ਨੇ। ਕਰਮਾਂ ਕਰਕੇ ਮਨੁੱਖ ਮਹਾਨ ਬਣਦਾ ਹੈ ਤੇ ਕਰਮਾਂ ਕਰਕੇ ਮਨੁੱਖ ਨੂੰ ਨੀਚ ਵੀ ਆਖਿਆ ਜਾਂਦਾ ਹੈ। ਹੁਕਮੇ ਅਨਕ ਰੰਗ ਪ੍ਰਕਾਰ, ਅਨੇਕਾਂ ਕਿਸਮਾਂ ਦੇ ਖੇਡ ਤਮਾਸ਼ੇ ਉਸ ਪ੍ਰਭੂ ਦੇ ਹੁਕਮ ਵਿੱਚ ਹੀ ਹੋ ਰਹੇ ਨੇ। ਖੇਡ ਤਮਾਸ਼ਾ ਹੀ ਇਸ ਸੰਸਾਰ ਤੇ ਕੋਈ ਆ ਰਿਹਾ, ਕੋਈ ਜਾ ਰਿਹਾ, ਕੋਈ ਹੱਸ ਰਿਹਾ, ਕੋਈ ਰੋ ਰਿਹਾ। ਕਾਰ ਕਾਰ ਦੇਖੈ ਆਪਣੀ ਵਡਿਆਈ, ਨਾਨਕ ਸਭ ਮੈਂ ਰਿਹਾ ਸਮਾਈ। ਕਾਰ ਕਾਰ ਵੇਖੈ ਆਪਣੀ ਵਡਿਆਈ, ਆਪਣੀ ਬਜ਼ੁਰਗੀ ਦੇ ਕੰਮ ਕਾਰ ਕਰਕੇ ਵਾਹਿਗੁਰੂ ਆਪ ਆਪਣੇ ਸਾਜੇ ਹੋਏ ਸੰਸਾਰ ਨੂੰ ਵੇਖ ਰਿਹਾ ਹੈ ਤੇ ਆਪਣੇ ਸਾਜੇ ਹੋਏ ਜੀਵਾਂ ਨੂੰ ਵੇਖ ਕੇ ਖੁਸ਼ ਹੁੰਦਾ ਹੈ। ਨਾਨਕ ਸਭ ਮੈਂ ਰਿਹਾ ਸਮਾਈ। ਹੇ ਨਾਨਕ, ਅਕਾਲ ਪੁਰਖ ਵਾਹਿਗੁਰੂ ਪਰਿਪੂਰਨ ਪਰਮਾਤਮਾ ਸਭ ਜੀਵਾਂ ਵਿੱਚ ਵਿਆਪਕ ਹੈ। ਕੋਈ ਐਸਾ ਜੀਵ ਨਹੀਂ, ਕੋਈ ਐਸੀ ਥਾਂ ਨਹੀਂ ਜਿੱਥੇ ਵਾਹਿਗੁਰੂ ਦੀ ਮੌਜੂਦਗੀ ਨਾ ਹੋਵੇ। ਹਰੇਕ ਥਾਂ, ਕਣ ਕਣ ਜਰਰੇ ਵਿੱਚ, ਹਰੇਕ ਹਿਰਦੇ ਵਿੱਚ ਵਾਹਿਗੁਰੂ ਦਾ ਵਾਸਾ ਹੈ। ਪ੍ਰਭ ਭਾਵੈ ਮਾਨਕ ਗਤ ਪਾਵੈ, ਪ੍ਰਭ ਭਾਵੈ ਤਾਂ ਪਾਤਰ ਤਰਾਵੈ। ਪ੍ਰਭ ਭਾਵੈ, ਜੇ ਪ੍ਰਭੂ ਨੂੰ ਚੰਗਾ ਲੱਗੇ। ਪ੍ਰਭ ਭਾਵੈ ਮਾਨਕ ਗਤ ਪਾਵੈ, ਜੇ ਅਕਾਲ ਪੁਰਖ ਵਾਹਿਗੁਰੂ ਨੂੰ ਚੰਗਾ ਲੱਗੇ ਤਾਂ ਮਨੁੱਖ ਨੂੰ ਉੱਚੀ ਆਤਮਿਕ ਅਵਸਥਾ ਬਖਸ਼ਦਾ ਹੈ। ਮਨੁੱਖ ਉੱਚੀ ਆਤਮਿਕ ਅਵਸਥਾ ਦਾ ਮਾਲਕ ਬਣ ਜਾਂਦਾ ਹੈ। ਬਸ ਉਹਨੂੰ ਚੰਗਾ ਲੱਗਣਾ ਚਾਹੀਦਾ, ਉਹਨੂੰ ਭਾਉਣਾ ਚਾਹੀਦਾ, ਉਹਨੂੰ ਭਾ ਜਾਵੇ, ਜੀਵ ਚੰਗਾ ਲੱਗ ਜਾਵੇ। ਪ੍ਰਭ ਭਾਵੈ ਤਾਂ ਪਾਤਰ ਤਰਾਵੈ, ਅਤੇ ਮਨੁੱਖ ਤਾਂ ਪੱਥਰ ਦਿਲਾਂ ਵਰਗੇ ਕਠੋਰ ਇਨਸਾਨਾਂ ਨੂੰ ਵੀ ਤਾਰ ਦਿੰਦਾ ਹੈ। ਉਹਨਾਂ ਨੂੰ ਵੀ ਮੋਮ ਵਰਗਾ ਨਰਮ ਕਰ ਦਿੰਦਾ ਹੈ ਜੇ ਉਹਦੀ ਕਿਰਪਾ ਹੋ ਜੇ। ਜਿਸ ਮਨੁੱਖ ਦਾ ਹਿਰਦਾ ਕਠੋਰ ਪੱਥਰ ਵਾਂਗੂ ਹੈ, ਜਿਸ ਦੇ ਹਿਰਦੇ ਵਿੱਚ ਦਇਆ ਭਾਵਨਾ ਨਹੀਂ, ਕਿਸੇ ਤਰਸਵੰਦ ਲੋੜਵੰਦ ਨੂੰ ਵੇਖ ਕੇ ਵੀ ਉਹਨੂੰ ਤਰਸ ਨਹੀਂ ਆਉਂਦਾ, ਕਿਸੇ ਮੁਸੀਬਤ ਵਿੱਚ ਫਸੇ ਹੋਏ ਜੀਵ ਨੂੰ ਵੇਖ ਕੇ ਉਹਦੇ ਤੇ ਉਹਨੂੰ ਦਇਆ ਨਹੀਂ ਹੁੰਦੀ, ਐਸੇ ਕਠੋਰ ਦਿਲ ਇਨਸਾਨਾਂ ਨੂੰ ਵੀ ਪ੍ਰਮਾਤਮਾ ਮੋਮ ਦਿਲ ਬਣਾ ਦਿੰਦਾ ਤੇ ਉਹਨਾਂ ਦਾ ਪਾਰ ਉਤਾਰਾ ਕਰ ਦਿੰਦਾ। ਪ੍ਰਭ ਭਾਵੈ ਤਾਂ ਪਾਤਰ ਤਰਾਵੈ, ਉਹ ਪੱਥਰਾਂ ਨੂੰ ਉਤਾਰਨ ਦੀ ਸਮਰੱਥਾ ਰੱਖਦਾ, ਪੱਥਰ ਦਿਲ ਇਨਸਾਨਾਂ ਨੂੰ। ਪ੍ਰਭ ਭਾਵੈ ਬਿਨ ਸਾਸ ਤੇ ਰਾਖੈ,
ਪ੍ਰਭ ਭਾਵੈ ਤਾਂ ਹਾਰ ਗੁਣ ਭਾਖੈ। ਹੁਣ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ। ਕਈ ਬਹੁਤ ਗੁਰਬਾਣੀ ਤੇ ਵੀ ਐਸੇ ਤਰਕ ਵਿਤਰਕ ਕਰਦੇ ਨੇ ਵੀ ਇਸ ਤਰ੍ਹਾਂ ਨਹੀਂ ਹੋ ਸਕਦਾ, ਪਰ ਪਹਿਲਾਂ ਹੀ ਅਰਜ਼ ਕਰ ਦਿੱਤੀ ਹੈ, ਵਾਹਿਗੁਰੂ ਜੀਵਾਂ ਨੂੰ ਸਾਜਣ ਵਾਲਾ ਹੈ, ਭਾਂਤ ਭਾਂਤ ਦੇ ਜੀਵ ਉਹਨੇ ਸਾਜੇ ਨੇ, ਰੱਖਿਆ ਕਰਨ ਵਾਲਾ ਹੈ। ਜੇ ਪ੍ਰਭੂ ਚਾਹੇ ਤਾਂ ਬਿਨਾਂ ਸੁਆਸਾਂ ਤੋਂ ਵੀ ਪ੍ਰਾਣੀ ਨੂੰ ਮੌਤ ਤੋਂ ਬਚਾ ਕੇ ਰੱਖਦਾ ਹੈ। ਪ੍ਰਭ ਭਾਵੈ ਬਿਨ ਸਾਸ ਤੇ ਰੱਖੈ। ਹੁਣ ਸਾਹ ਬੰਦ ਹੋ ਗਿਆ ਤਾਂ ਮੌਤ ਹੈ, ਪਰ ਉਹ ਚਾਹੇ, ਉਹਦੇ ਕੋਲੇ ਤਾਕਤ ਹੈ ਵੀ ਕੁਝ ਵੀ ਕਰ ਸਕਦਾ ਹੈ। ਇੱਥੇ ਇਹ ਸਮਝਣ ਦੀ ਲੋੜ ਹੈ, ਬਿਨਾਂ ਸਾਹ ਤੋਂ ਵੀ ਜਿਉਂਦਾ ਰੱਖ ਸਕਦਾ ਹੈ ਜਿਹਦੀ ਕਿਰਪਾ ਹੋਵੇ। ਆਪਾਂ ਵੇਖਦੇ ਹਾਂ ਕਈ ਇਨਸਾਨ ਕੋਮਾ ਵਿੱਚ ਚਲੇ ਜਾਂਦੇ, ਕਈ ਸਾਲਾਂ ਤੱਕ ਮੰਜੇ ਤੇ ਪਏ ਰਹਿੰਦੇ ਨੇ, ਕੋਈ ਸੁੱਧ ਬੁੱਧ ਨਹੀਂ, ਪਰ ਉਹਨਾਂ ਨੂੰ ਪ੍ਰਮਾਤਮਾ ਜਿਉਂਦਾ ਰੱਖਦਾ ਹੈ। ਪ੍ਰਭ ਭਾਵੈ ਤਾਂ ਹਾਰ ਗੁਣ ਭਾਖੈ। ਉਸ ਦੀ ਮਿਹਰ ਹੋਵੇ, ਉਹਦੀ ਕਿਰਪਾ ਹੋਵੇ ਤਾਂ ਜੀਵ ਪ੍ਰਭੂ ਦੇ ਗੁਣ ਗਾਉਂਦਾ ਹੈ, ਉਹਦੀ ਕਿਰਪਾ ਤੋਂ ਬਗੈਰ ਨਹੀਂ। ਪ੍ਰਭ ਭਾਵੈ ਤਾਂ ਪਤਤ ਉਧਾਰੈ, ਆਪ ਕਰੈ ਆਪਨ ਵਿਚਾਰੈ। ਪਤਤ ਤੋਂ ਭਾਵੈ ਧਰਮ ਤੋਂ ਡਿੱਗੇ ਹੋਏ ਵਿਕਾਰੀ ਮਨੁੱਖ। ਜੇ ਅਕਾਲ ਪੁਰਖ ਦੀ ਰਜਾ ਹੋਵੇ ਤਾਂ ਗਿਰੇ ਹੋਏ ਵਿਕਾਰੀ ਮਨੁੱਖਾਂ ਨੂੰ ਵੀ ਪ੍ਰਮਾਤਮਾ ਵਿਕਾਰਾਂ ਤੋਂ ਬਚਾ ਕੇ ਉਹਨਾਂ ਨੂੰ ਪਾਵਨ ਪਵਿੱਤਰ ਜੀਵਨ ਵਾਲਾ ਬਣਾ ਦਿੰਦਾ ਹੈ। ਭਾਵ ਉਹ ਪਾਪੀਆਂ ਨੂੰ ਵੀ ਤਾਰ ਦਿੰਦਾ ਹੈ। ਜੇਕਰ ਸਾਈਂ ਮਾਲਕ ਨੂੰ ਚੰਗਾ ਲੱਗੇ, ਉਹ ਪਾਪੀਆਂ ਦਾ ਵੀ ਉਧਾਰ ਕਰ ਦਿੰਦਾ ਹੈ। ਆਪ ਕਰੈ ਆਪਨ ਵਿਚਾਰੈ। ਉਹ ਜੋ ਕੁਝ ਕਰਦਾ ਹੈ ਆਪਣੀ ਮਰਜ਼ੀ ਅਨੁਸਾਰ ਕਰਦਾ ਹੈ, ਕਿਸੇ ਦੀ ਸਲਾਹ ਮਸ਼ਵਰਾ ਨਹੀਂ ਲੈਂਦਾ। ਉਹ ਆਪਣੀ ਸਲਾਹ ਅਨੁਸਾਰ ਜੋ ਉਹਨੂੰ ਚੰਗਾ ਲੱਗਦਾ ਹੈ, ਆਪਣੀ ਮਰਜ਼ੀ ਅਨੁਸਾਰ ਕਰਦਾ ਹੈ। ਉਹ ਕਿਸੇ ਨਾਲ ਸਲਾਹ ਮਸ਼ਵਰਾ ਨਹੀਂ ਕਰਦਾ ਵੀ ਹੁਣ ਮੈਂ ਕਰਨਾ ਕੀ ਹੈ। ਦੋਹਾਂ ਸਿਰਿਆਂ ਕਾ ਆਪ ਸੁਆਮੀ, ਖੇਲੈ ਵਿਕਸੈ ਅੰਤਰਜਾਮੀ। ਦੋਹਾਂ ਸਿਰਿਆਂ ਕਾ, ਲੋਕ ਦਾ ਤੇ ਪਰਲੋਕ ਦਾ, ਅਕਾਲ ਪੁਰਖ ਵਾਹਿਗੁਰੂ ਆਪ ਇਸ ਲੋਕ ਤੇ ਪਰਲੋਕ ਦੋਨਾਂ ਤੋਂ ਆਪ ਮਾਲਕ ਹੈ। ਇੱਥੇ ਵੀ ਉਹਦਾ ਹੁਕਮ ਚੱਲਦਾ ਹੈ, ਉੱਥੇ ਵੀ ਉਹਦਾ ਹੁਕਮ ਚੱਲਦਾ ਹੈ। ਇੱਥੇ ਵੀ ਉਹਦੀ ਮਰਜ਼ੀ ਅਨੁਸਾਰ ਸਾਰੇ ਕੰਮ ਹੋ ਰਹੇ ਨੇ, ਉੱਥੇ ਵੀ ਉਹਦੀ ਮਰਜ਼ੀ ਅਨੁਸਾਰ ਹੀ ਸਭ ਕੁਝ ਹੁੰਦਾ ਹੈ। ਖੇਲੈ ਵਿਕਸੈ ਅੰਤਰਜਾਮੀ। ਅੰਤਰਜਾਮੀ ਜੋ ਅੰਦਰ ਦੀ ਗੱਲ ਜਾਣਨ ਵਾਲਾ, ਉਹ ਵਾਹਿਗੁਰੂ ਸਭ ਜਿੰਨੇ ਵੀ ਜੀਵ ਨੇ ਸਾਜੇ ਨੇ ਸਭਨਾਂ ਦੇ ਦਿਲਾਂ ਦੀ ਗੱਲ ਜਾਣਨ ਵਾਲਾ ਹੈ। ਆਪ ਜਗਤ ਖੇਡਦਾ ਹੈ ਤੇ ਇਸ ਨੂੰ ਵੇਖ ਕੇ ਖੁਸ਼ ਹੁੰਦਾ ਹੈ। ਫਿਰ ਪੰਕਤੀ ਸੁਣਿਓ, ਉਹ ਸਭ ਦੇ ਦਿਲ ਦੀ ਜਾਣਨ ਵਾਲਾ ਆਪ ਜਗਤ ਖੇਡਦਾ ਹੈ ਤੇ ਇਸ ਨੂੰ ਵੇਖ ਕੇ ਖੁਸ਼ ਹੁੰਦਾ ਹੈ। ਖੇਲੈ ਵਿਕਸੈ ਅੰਤਰਜਾਮੀ। ਤੇ ਹਰੇਕ ਦੇ ਅੰਦਰ ਦੀ ਗੱਲ ਨੂੰ ਜਾਣਨ ਵਾਲਾ, ਉਹਦੇ ਤੋਂ ਨਾ ਕੁਝ ਲੁਕਿਆ ਤੇ ਨਾ ਅਸੀਂ ਲੁਕਾ ਸਕਦੇ ਹਾਂ। ਚੰਗੇ ਕੰਮ ਕਰ ਰਹੇ ਹਾਂ ਉਹ ਵੀ ਉਹਦੀ ਨਜ਼ਰਾਂ ਵਿੱਚ ਨੇ, ਮਾੜੇ ਕਰਮ ਕਰ ਰਹੇ ਹਾਂ ਉਹ ਵੀ ਉਹਦੇ ਨਜ਼ਰਾਂ ਵਿੱਚ ਨੇ। ਵੀ ਉਹਦੇ ਤੋਂ ਕੁਝ ਭਾਈ ਨਾ ਕੋਈ ਲੁਕਿਆ ਤੇ ਨਾ ਕੋਈ ਤੂੰ ਲੁਕੋ ਸਕਦਾ। ਅੱਗੋਂ ਦੇਖੈ ਪਿੱਛੋਂ ਦੇਖੈ, ਤੁਝ ਤੇ ਕਹਾਂ ਛਪਾਵੈ, ਨਹੀਂ ਉਹਦੇ ਕੋਲੋਂ ਕੁਝ ਲੁਕੋ ਸਕਦੇ। ਜੋ ਭਾਵੈ ਸੋ ਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰ ਨਾ ਆਵੇ। ਜੋ ਉਸਨੂੰ ਚੰਗਾ ਲੱਗਦਾ ਉਹੀ ਕੰਮ ਕਰਦਾ ਹੈ। ਨਾਨਕ ਦ੍ਰਿਸ਼ਟੀ ਅਵਰ ਨਾ ਆਵੇ। ਹੇ ਨਾਨਕ ਉਸ ਵਰਗਾ ਹੋਰ ਕੋਈ ਨਜ਼ਰ ਨਹੀਂ ਆਉਂਦਾ। ਦ੍ਰਿਸ਼ਟੀ ਤੋਂ ਭਾਵ ਹੈ ਨਜ਼ਰ ਵਿੱਚ ਉਹਦੇ ਵਰਗਾ ਹੋਰ ਕੋਈ ਦਿਸਦਾ ਹੀ ਨਹੀਂ, ਜਿਹਦੇ ਕੋਲ ਇੰਨੀ ਤਾਕਤ ਹੋਵੇ। ਕਹੋ ਮਾਨਕ ਤੇ ਕਿਆ ਹੋਇ ਆਵੈ, ਜੋ ਤਿਸ ਭਾਵੈ ਸੋਈ ਕਰਾਵੇ। ਹੁਣ ਮਨੁੱਖ ਵੱਡੇ ਵੱਡੇ ਦਾਅਵੇ ਕਰਦਾ ਹੈ, ਇਹ ਕੰਮ ਮੈਂ ਕੀਤਾ, ਮੈਂ ਕਰ ਸਕਦਾ, ਤੇ ਅਹੰਕਾਰ ਵਿੱਚ ਜਿਉਂਦਾ ਹੈ। ਵੱਡੇ ਵੱਡੇ ਅਹੰਕਾਰ ਪਾਲ ਬਿੰਦਾ ਹੈ। ਗੁਰੂ ਸਾਹਿਬ ਆਖਦੇ ਨੇ, ਦੱਸੋ ਮਨੁੱਖ ਪਾਸੋਂ ਆਪਣੇ ਆਪ ਕਿਹੜਾ ਕੰਮ ਹੋ ਸਕਦਾ ਹੈ? ਆਪਣੇ ਆਪ ਮਨੁੱਖ ਕੁਝ ਵੀ ਨਹੀਂ ਕਰ ਸਕਦਾ ਤੇ ਨਾ ਕੁਝ ਕਰਨ ਦੀ ਇਹਦੇ ਕੋਲ ਸਮਰੱਥਾ ਹੈ, ਤਾਕਤ ਹੈ। ਜੋ ਤਿਸ ਭਾਵ ਹੈ ਸੋਈ ਕਰਾਵੇ। ਦੇ ਸਿਰ ਤੇ ਉਹ ਮਾਲਕ ਬੈਠਾ ਹੈ। ਜੋ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਹੀ ਜੀਵਾਂ ਪਾਸੋਂ ਕਰਵਾਉਂਦਾ ਤੇ ਉਹੀ ਜੀਵ ਨੂੰ ਕਰਨਾ ਵੀ ਪੈਂਦਾ ਹੈ। ਇਹ ਤਾਂ ਵਿਅਰਥ ਸਾਡਾ ਅਹੰਕਾਰ ਹੈ ਵੀ ਮੈਂ ਕੀਤਾ ਹੈ। ਗੁਰੂ ਸਾਹਿਬ ਆਖਦੇ ਨੇ, ਆਪਣੇ ਅੰਦਰੋਂ ਮੈਂ ਦਾ ਖਾਤਮਾ ਕਰ। ਤੂੰ ਭਾਈ ਕੁਝ ਵੀ ਕਰਨ ਦੇ ਸਮਰੱਥ ਨਹੀਂ। ਜੇ ਤੇਰੇ ਹੱਥ ਹੁੰਦਾ, ਗੱਲ ਸੱਚਾਈ ਵਿੱਚ ਜੇ ਮਨੁੱਖ ਦੇ ਹੱਥ ਤਾਕਤ ਹੋਵੇ ਨਾ, ਤੇ ਬੰਦਾ ਤਾਂ ਦੂਜੇ ਬੰਦੇ ਨੂੰ ਰੋਟੀ ਨਾ ਖਾਣ ਦੇਵੇ, ਜਿਉਣਾ ਮੁਸ਼ਕਲ ਕਰਦੇ ਦੂਜੇ ਬੰਦੇ ਦਾ, ਜੇ ਬੰਦੇ ਕੋਲੇ ਤਾਕਤ ਹੋਵੇ।
ਇਹ ਤਾਂ ਮਾਲਕ ਨੇ ਸਭ ਕੁਝ, ਇਹ ਵਡਿਆਈਆਂ ਉਹਨੇ ਆਪਣੇ ਹੱਥ ਵਿੱਚ ਰੱਖੀਆਂ ਨੇ। ਅੱਗੇ ਕਿਰਪਾ ਕੀਤੀ ਹੈ, ਇਸਕੇ ਹਾਥ ਹੋਏ ਤਾਂ ਸਭ ਕਿਛ ਲੈ, ਜਿਉ ਤਿਸ ਭਾਵੈ ਸੋਈ ਕਰੇ। ਹੁਣ ਗੁਰੂ ਸਾਹਿਬ, ਜੇ ਮਨੁੱਖ ਕੋਲ ਥੋੜੀ ਜਿਹੀ ਵੀ ਤਾਕਤ ਆ ਜੇ ਨਾ, ਇਹਦੇ ਹੱਥ ਵਸ ਹੋਵੇ ਕੁਝ, ਇਹ ਤਾਂ ਦੂਜੇ ਦੀ ਵੀ ਹਰੇਕ ਵਸਤੂ ਸਾਂਭ ਲਵੇ। ਇਸਕੇ ਹਾਥ ਹੋਏ ਤਾਂ ਸਭ ਕੁਝ ਲੈ, ਇਸ ਮਨੁੱਖ ਦੇ ਵਸ ਹੋਵੇ ਤਾਂ ਹਰੇਕ ਚੀਜ਼ ਆਪ ਹੀ ਸਾਂਭ ਲਵੇ, ਦੂਜਿਆਂ ਤੇ ਵੀ ਕਬਜ਼ਾ ਕਰ ਲਵੇ। ਪਰ ਗੁਰੂ ਸਾਹਿਬ ਆਖਦੇ ਨੇ ਨਹੀਂ, ਜੋ ਤਿਸ ਭਾਵੈ ਸੋਈ ਕਰੇ। ਪਰ ਪ੍ਰਭੂ ਉਹੀ ਕੁਝ ਕਰਦਾ ਜੋ ਉਸਨੂੰ ਭਾਉਂਦਾ, ਤੇ ਜੀਵ ਵੀ ਉਹਦੇ ਹੁਕਮ ਤੋਂ ਬਾਹਰ ਨਹੀਂ ਪਾਈ। ਅਣਜਾਣਤ ਵਿਖਿਆ ਮੈਂ ਰਚੈ, ਜੇ ਜਾਣਤ ਆਪਨ ਆਪ ਬਚੈ। ਹੁਣ ਗੁਰੂ ਸਾਹਿਬ ਨੇ ਇੱਥੇ ਸਮਝਾਇਆ ਵੀ ਮੂਰਖਤਾ ਦੇ ਕਾਰਨ, ਬੇਸਮਝੀ ਦੇ ਕਾਰਨ, ਅਗਿਆਨਤਾ ਦੇ ਕਾਰਨ ਮਨੁੱਖ ਮਾਇਆ ਵਿੱਚ ਰੁੱਝਿਆ ਰਹਿੰਦਾ ਹੈ ਤੇ ਪਰਿਪੂਰਨ ਪਰਮਾਤਮਾ ਲਈ ਸਮਾਂ ਨਹੀਂ ਕੱਢ ਸਕਦਾ ਭਜਨ ਬੰਦਗੀ ਵਾਸਤੇ। ਜੇ ਆਪਨ ਆਪ ਬਚੈ, ਜੇ ਸਮਝ ਵਾਲਾ ਹੋਵੇ ਤੇ ਆਪਣੇ ਆਪ ਨੂੰ ਬਚਾ ਸਕਦਾ ਹੈ। ਜਿਹਨੂੰ ਸਮਝ ਹੋਵੇ ਵੀ ਨਾਮ ਜਪਣਾ ਸੰਸਾਰ ਤੇ ਨਾਮ ਜਪਣ ਵਾਸਤੇ ਆਇਆ, ਜੇ ਸਮਝ ਵਾਲਾ ਹੋਵੇ ਤਾਂ ਆਪਣੇ ਆਪ ਇਸ ਤੋਂ ਬਚਿਆ ਰਹੇ। ਪਰ ਨਹੀਂ ਬਚ ਸਕਦਾ, ਮੋਹ ਮਾਇਆ ਵਿੱਚ ਐਸਾ ਉਲਝਦਾ ਹੈ ਅਗਿਆਨਤਾ ਕਾਰਨ, ਮੂਰਖਤਾ ਦੇ ਕਾਰਨ। ਭਰਮੇ ਭੂਲਾ ਦਹਿ ਦਿਸ ਧਾਵੈ, ਨਿਮਖ ਮਾਹੇ ਚਾਰ ਕੁੰਟ ਫੇਰਾਵੇ। ਹੁਣ ਮਨ ਦੀ ਗੱਲ ਕੀਤੀ ਹੈ, ਪਰ ਇਸ ਦਾ ਮਨ ਭੁਲੇਖੇ ਵਿੱਚ ਭੁੱਲਿਆ ਹੋਇਆ ਮਾਇਆ ਦੀ ਖਾਤਰ ਦਸੇ ਪਾਸੇ ਦੌੜਦਾ ਫਿਰਦਾ ਹੈ। ਦਿਨ ਰਾਤ ਇੱਕ ਕੀਤਾ ਹੋਇਆ ਹੈ ਵੀ ਕਿਸੇ ਵੀ ਤਰੀਕੇ ਦੇ ਨਾਲ ਧਨ ਆ ਜੇ, ਭਾਵੇਂ ਹੇਰਾ ਫੇਰੀ ਨਾਲ ਹੀ ਆਵੇ। ਬਚਨ ਹੁੰਦਾ ਬਹੁ ਪਰ ਪੰਚ ਕਰ ਪਰ ਧਨ ਲਿਆਵੇ, ਸੁਤ ਦਾਰਾ ਪੈ ਆਨ ਲੁਟਾਵੇ। ਬੜੇ ਬੜੇ ਤਰੀਕੇ ਵਰਤਦਾ, ਵੱਡੀਆਂ ਵੱਡੀਆਂ ਹੇਰਾ ਫੇਰੀਆਂ ਠੱਗੀਆਂ ਮਾਰਦਾ ਵੀ ਕਿਸੇ ਪਾਸੋਂ ਵੀ ਧਨ ਆ ਜਾਵੇ, ਧਨ ਇਕੱਤਰ ਕਰ ਲਵਾਂ। ਗੁਰੂ ਸਾਹਿਬ ਆਖਦੇ ਨੇ ਭੁੱਲ ਜਾਂਦਾ ਹੈ ਵੀ ਅੰਤ ਵੇਲੇ ਭਾਈ ਨਿਬੇੜਾ ਤੇਰੇ ਨਾਲ ਹੀ ਹੋਣਾ ਹੈ, ਹਿਸਾਬ ਕਿਤਾਬ ਤੈਨੂੰ ਦੇਣਾ ਪੈਣਾ ਹੈ। ਨਿਮਖ ਮਾਹੇ ਚਾਰ ਕੁੰਟ ਫਿਰ ਆਵੇ, ਅੱਖ ਦੇ ਫੋਰ ਜਿਵੇਂ ਸਮੇਂ ਵਿੱਚ ਇੱਕ ਨਿਮਖ ਵਿੱਚ 4 ਘੰਟਿਆਂ ਵਿੱਚ ਦੌੜ ਭੱਜ ਆਉਂਦਾ ਹੈ ਵੀ ਮਨ ਹੁਣ ਇੱਥੇ ਹੈ। ਇੱਕ ਨਿਮਖ ਚ ਕਿਤੇ ਤੋਂ ਕਿਤੇ ਮਨ ਪਹੁੰਚ ਜਾਂਦਾ, ਕਿਤੇ ਉਡਾਰੀ ਮਾਰ ਕੇ ਤੁਰ ਜਾਂਦਾ ਹੈ। ਬੈਠਾ ਸੰਗਤ ਵਿੱਚ ਹੈ, ਮਨ ਕੰਮ ਵਿੱਚ ਪਹੁੰਚ ਗਿਆ। ਕਾਰ ਕਿਰਪਾ ਜਿਸ ਆਪਣੀ ਭਗਤ ਦੇ, ਨਾਨਕ ਤੇ ਜਨ ਨਾਮ ਮਿਲੇ। ਵਾਹਿਗੁਰੂ ਆਪਣੀ ਕਿਰਪਾ ਕਰਕੇ, ਮਿਹਰ ਕਰਕੇ ਜਿਸ ਜਿਸ ਮਨੁੱਖ ਨੂੰ ਆਪਣੀ ਭਗਤੀ ਦੀ ਦਾਤ ਬਖਸ਼ਦਾ ਹੈ, ਭਾਵ ਜਿਸ ਨੂੰ ਨਾਮ ਦੀ ਦਾਤ ਬਖਸ਼ਦਾ ਹੈ, ਨਾਨਕ ਤੇ ਜਨ ਨਾਮ ਮਿਲੇ। ਹੈ ਨਾਨਕ, ਉਹਨਾਂ ਮਨੁੱਖਾਂ ਨੂੰ ਹੀ ਨਾਮ ਦੀ ਦਾਤ ਮਿਲਦੀ ਹੈ। ਉਹੀ ਮਨੁੱਖ ਨਾਮ ਵਿੱਚ ਟਿਕੇ ਰਹਿੰਦੇ ਨੇ, ਉਹਨਾਂ ਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਟਿਕਦਾ ਹੈ। ਖਿਨ ਮੈਂ ਨੀਚ ਕੀਟ ਕੋ ਰਾਜ, ਪਾਰ ਬ੍ਰਹਮ ਗਰੀਬ ਨਵਾਜ। ਖਿਣ ਵਿੱਚ ਪ੍ਰਭੂ ਕੀੜੇ ਵਰਗੇ ਨੀਵੇਂ ਮਨੁੱਖ ਨੂੰ ਰਾਜ ਭਾਗ ਦਾ ਮਾਲਕ ਬਣਾ ਦਿੰਦਾ ਹੈ। ਬਚਨ ਵੀ ਆਉਂਦਾ ਹੈ, ਰਾਜਾ ਤੇ ਭੇਖਾਰੀ, ਭੇਖਾਰੀ ਤੇ ਰਾਜ ਕਰਾਵੇ। ਉਹਦੀ ਰਜਾ ਹੋਵੇ, ਉਹਦੀ ਮਰਜ਼ੀ ਹੋਵੇ। ਪਾਰ ਬ੍ਰਹਮ ਗਰੀਬ ਨਵਾਜ, ਨਿਵਾਜ ਤੋਂ ਭਾਵ ਹੈ ਮਿਹਰ ਕਰਨ ਵਾਲਾ। ਪ੍ਰਭੂ ਗਰੀਬਾਂ ਤੇ ਹਮੇਸ਼ਾ ਮਿਹਰ ਕਰਨ ਵਾਲਾ ਹੈ, ਮਿਹਰਾਂ ਕਰਦਾ ਹੈ, ਬਖਸ਼ਿਸ਼ਾਂ ਕਰਦਾ ਹੈ, ਮਾਣ ਬਖਸ਼ਦਾ ਹੈ। ਜਾ ਕਾ ਦ੍ਰਿਸ਼ਟ ਕਛੂ ਨਾ ਆਵੇ, ਤਿਸ ਤਤਕਾਲ ਦਹਿ ਦਿਸ ਪਲਟਾਵੇ। ਜਿਸ ਮਨੁੱਖ ਦਾ ਕੋਈ ਗੁਣ ਨਹੀਂ ਦਿਸ ਆਉਂਦਾ, ਜਿਹਨੂੰ ਲੋਕ ਕਹਿੰਦੇ ਹੋਣ ਭਾਈ ਇਹ ਤਾਂ ਔਗੁਣਾਂ ਦੇ ਨਾਲ ਭਰਿਆ ਤੇ ਇੱਕ ਵੀ ਚੰਗਾ ਗੁਣ ਨਹੀਂ ਇਹਦੇ ਵਿੱਚ, ਤਿਸ ਤਤਕਾਲ ਦਹਿ ਦਿਸ ਪਲਟਾਵੇ। ਜੇ ਵਾਹਿਗੁਰੂ ਦੀ ਉਹਦੇ ਤੇ ਦਇਆ ਹੋ ਜੇ, ਮਿਹਰ ਹੋ ਜੇ, ਉਸ ਨੂੰ ਪਲਕ ਵਿੱਚ ਦਸੇ ਪਾਸੇ ਉਹਦੀ ਜਿਹੜੀ ਸੋਭਾ ਹੈ, ਉਹਦੀ ਸੋਭਾ ਨੂੰ ਉੱਘਾ ਕਰ ਦਿੰਦਾ ਹੈ। ਵੀ ਦਸੇ ਪਾਸੇ ਉਹਦੀ ਪ੍ਰਸਿੱਧੀ ਹੋ ਜਾਂਦੀ ਹੈ। ਮਨੁੱਖ ਮਾਣ ਸਨਮਾਨ ਦਾ ਮਾਲਕ ਬਣ ਜਾਂਦਾ ਹੈ। ਇਸ ਸੰਸਾਰ ਵਿੱਚ ਉਹਦਾ ਮਾਣ ਸਨਮਾਨ ਵੱਧ ਜਾਂਦਾ ਹੈ। ਲੋਕ ਉਹਨੂੰ ਝੁੱਕ ਕੇ ਸਲਾਮਾਂ ਕਰਦੇ ਨੇ। ਜਿਸ ਨੂੰ ਪਹਿਲਾਂ ਆਖਦੇ ਸੀ ਭਾਈ ਇਹਦੇ ਵਿੱਚ ਤਾਂ ਇੱਕ ਵੀ ਚੰਗਾ ਗੁਣ ਨਹੀਂ ਇਹਦੇ ਵਿੱਚ ਨਜ਼ਰ ਆਉਂਦਾ, ਇਹ ਤਾਂ ਔਗੁਣਾਂ ਦੇ ਨਾਲ ਭਰਿਆ ਹੈ, ਮੂਰਖ ਹੈ, ਅਵਿਚਾਰੀ ਹੈ। ਪਰ ਜਦੋਂ ਦੀ ਕਿਰਪਾ ਹੋ ਜੇ, ਉਹ ਜਦੋਂ ਦਇਆ ਕਰਦੇ,
ਉਹੀ ਮਨੁੱਖ ਫਿਰ ਉਹਦੀ ਸੋਭਾ ਕਰਦੇ ਨਹੀਂ ਥੱਕਦੇ, ਉਹਦੀ ਵਡਿਆਈ ਕਰਦੇ ਨਹੀਂ ਥੱਕਦੇ। ਜਿਨ੍ਹਾਂ ਨੂੰ ਪਹਿਲਾਂ ਕੋਈ ਗੁਣ ਨਜ਼ਰ ਨਹੀਂ ਆਉਂਦਾ ਸੀ, ਉਹੀ ਫਿਰ ਉਹਦੇ ਗੁਣਾਂ ਦੀ ਤਾਰੀਫ ਕਰਦੇ ਨੇ। ਭਾਵ ਵਾਹਿਗੁਰੂ ਦੇ ਹੱਥ ਵਿੱਚ ਹੀ ਹੈ ਇਸ ਸੰਸਾਰ ਤੇ ਜੋ ਸਾਨੂੰ ਮਾਨ ਸਨਮਾਨ ਸੋਭਾ ਮਿਲੀ ਹੈ, ਇਹ ਵਾਹਿਗੁਰੂ ਦੀ ਸਾਡੇ ਤੇ ਅਪਰੰਪਾਰ ਕਿਰਪਾ ਹੈ। ਉਹਨੇ ਸਾਨੂੰ ਇੱਜ਼ਤ ਬਖਸ਼ੀ ਹੈ। ਜਾ ਕੋ ਆਪਣੀ ਕਰੈ ਬਖਸ਼ੀਸ, ਤਾਂ ਕਾ ਲੇਖਾ ਨਾ ਗਨੈ ਜਗਦੀਸ਼। ਜਿਸ ਮਨੁੱਖ ਤੇ ਜਗਤ ਦਾ ਮਾਲਕ ਅਕਾਲ ਪੁਰਖ ਵਾਹਿਗੁਰੂ ਆਪ ਬਖਸ਼ਿਸ਼ ਕਰਦਾ ਹੈ, ਜਿਹਦੇ ਤੇ ਉਹ ਤਰੁੱਠ ਗਿਆ, ਜਿਹਦੇ ਤੇ ਦਿਆਲ ਹੋ ਗਿਆ, ਤਾਂ ਕਾ ਲੇਖਾ ਨਾ ਗਨੈ ਜਗਦੀਸ਼, ਉਸ ਦੇ ਕਰਮਾਂ ਦਾ ਲੇਖਾ ਨਹੀਂ ਗਿਣਦਾ। ਭਾਵ ਉਹਨੂੰ ਬਖਸ਼ ਦਿੰਦਾ ਹੈ, ਉਹਨੂੰ ਆਪਣੇ ਚਰਨਾਂ ਵਿੱਚ ਸਦਾ ਲਈ ਅਭੇਦ ਕਰ ਲੈਂਦਾ ਹੈ। ਜੀਉ ਪਿੰਡ ਸਭ ਤਿਸ ਕੀ ਰਾਸ, ਘਟ ਘਟ ਪੂਰਨ ਬ੍ਰਹਮ ਪ੍ਰਗਾਸ। ਰਾਸ ਤੋਂ ਭਾਵ ਹੈ ਪੂੰਜੀ। ਇਹ ਜਿੰਦ ਤੇ ਸਰੀਰ ਸਭ ਉਸ ਪ੍ਰਭੂ ਦੀ ਦਿੱਤੀ ਹੋਈ ਪੂੰਜੀ ਹੈ, ਉਹਦੀ ਅਮਾਨਤ ਹੈ, ਉਹ ਮਾਲਕ ਹੈ। ਘਟ ਘਟ ਪੂਰਨ ਬ੍ਰਹਮ ਪ੍ਰਗਾਸ, ਹਰੇਕ ਸਰੀਰ ਵਿੱਚ ਵਿਆਪਕ ਪ੍ਰਭੂ, ਉਹਦਾ ਹੀ ਜਲਵਾ ਹੈ ਹਰੇਕ ਸਰੀਰ ਵਿੱਚ। ਕਹਿਣ ਤੋਂ ਭਾਵ ਹਰ ਦਿਲ ਨੂੰ ਮੁਕੰਮਲ ਤੌਰ ਤੇ ਮਾਲਕ ਨੇ ਰੋਸ਼ਨ ਕੀਤਾ ਹੋਇਆ। ਹਰੇਕ ਦਿਲ ਵਿੱਚ, ਹਰੇਕ ਹਿਰਦੇ ਵਿੱਚ ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਜਗ ਰਹੀ ਹੈ। ਆਪਣੀ ਬਣਤ ਆਪ ਬਣਾਈ, ਨਾਨਕ ਜੀਵੈ ਦੇਖ ਵਡਾਈ। ਇਹ ਜਗਤ ਰਚਨਾ ਉਸ ਮਾਲਕ ਨੇ ਆਪ ਰਚੀ ਹੈ। ਨਾਨਕ ਜੀਵੈ ਦੇਖ ਵਡਾਈ ਹੈ। ਨਾਨਕ ਆਪਣੀ ਇਸ ਬਜ਼ੁਰਗੀ ਨੂੰ ਆਪ ਵੇਖ ਕੇ ਮਾਲਕ ਖੁਸ਼ ਹੋ ਰਿਹਾ ਹੈ। ਨਾਨਕ ਗੁਰੂ ਸਾਹਿਬ ਹੁਣ ਸਾਨੂੰ ਸਮਝਾ ਰਹੇ ਨੇ ਵੀ ਹੇ ਨਾਨਕ, ਵਾਹਿਗੁਰੂ ਨੇ ਸੰਸਾਰ ਨੂੰ ਸਾਜਿਆ, ਭਾਂਤ ਭਾਂਤ ਦੇ ਜੀਵਾਂ ਨੂੰ ਸਾਜਿਆ। ਵੱਖ ਵੱਖ ਸ਼ਕਲਾਂ ਰੰਗ ਰੂਪ ਵਾਲੇ ਜੀਵ ਆਪਾਂ ਵੇਖਦੇ ਹਾਂ। ਸਾਜਣ ਤੋਂ ਬਾਅਦ ਆਪਣੇ ਸਾਜੇ ਹੋਏ ਸੰਸਾਰ, ਆਪਣੇ ਬਣਾਏ ਹੋਏ ਜੀਵਾਂ ਨੂੰ ਵੇਖ ਕੇ ਵਾਹਿਗੁਰੂ ਖੁਸ਼ ਹੁੰਦਾ ਹੈ। ਸੋ ਅੱਜ ਆਪਾਂ 11ਵੇਂ ਅਸ਼ਟਪਦੀ ਦੇ ਪਹਿਲੇ 4 ਬੰਦਾਂ ਦੀ ਵਿਚਾਰ ਕੀਤੀ ਹੈ। ਆਪਾਂ ਵੀ ਵਾਹਿਗੁਰੂ ਅੱਗੇ ਇਹੀ ਅਰਦਾਸ ਕਰੀਏ, ਸਤਿਗੁਰੂ ਜੀ ਸਾਨੂੰ ਵੀ ਨਾਮ ਦੀ ਦਾਤ ਬਖਸ਼ਿਸ਼ ਕਰੋ। ਤੁਹਾਡੇ ਦੁਆਰੇ ਤੇ ਆਇਆ ਸਗਲ ਦੁਆਰ ਕੋ ਛਾੜ ਕੇ ਗਏਹੋ ਤੁਹਾਰੋ ਦੁਆਰ, ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਹੁਣ ਆਪਣੇ ਦੁਆਰੇ ਤੇ ਆਇਆਂ ਦੇ, ਆਪਣੇ ਚਰਨਾਂ ਤੇ ਆਇਆਂ ਦੀ ਹੈ ਵਾਹਿਗੁਰੂ ਸਾਡੀ ਲਾਜ ਰੱਖ ਲਿਓ ਤੇ ਨਾਮ ਦੀ ਦਾਤ ਬਖਸ਼ਿਸ਼ ਕਰੋ। ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ। ਨਾਨਕ ਚਾਹੇ ਹੋਏ ਵਾਹਿਗੁਰੂ ਮਨ ਅੰਦਰ ਚਾਹ ਪੈਦਾ ਹੋ ਜੇ, ਦਿਨ ਰਾਤ ਤੁਹਾਡੇ ਗੁਣ ਗਾਉਂਦੇ ਰਹੀਏ, ਨਾਮ ਜਪਦੀ ਰਹੀਏ। ਵਾਹਿਗੁਰੂ ਜੀ ਕਿਰਪਾ ਕਰੋ। ਸੋ ਭੁੱਲਾਂ ਚੁੱਕਾਂ ਦੀ ਖਿਮਾ ਬੁਲਾ